अस्सलाम वालेकुम दोस्तों, लंदन में मौजूद हैं और आज एक कामयाब जो शो हुआ है ओवरसीज़ पाकिस्तानियों का, जिसमें वज़ीर-ए-आज़म साहब ने ख़िताब किया है और उन्होंने अपने ख़िताब में बताया कि कैसे पाकिस्तान ने मार का हक़ में अपने से 10 गुना बड़े हिंदुस्तान को पंजाबी च कहंदे ने लम्मा पाया। और उन्होंने फ़ील्ड मार्शल साहब के में भी बताया कि कैसे वो मुश्किल वक़्त था जब पूरी दुनिया एक साइड पे थी और पाकिस्तान एक साइड पे था, और अब उस मार का हक़ के बाद पाकिस्तान के साथ दुनिया कैसे खड़ी है। फिर सऊदी अरब के बारे में बताया, मज़ीद कौन से मुल्क, जलसे के बाहर क्या हुआ, और ये अज़ानों वाला जो कहना नहीं चाहिए लेकिन ये जो इस्लामी टच है इनको ले दे बैठा है, ये फिर भी बात नहीं आ रहे। हमारे साथ एहसन चट्टा साहब है, हमारे साथ मौजूद थे, इन्हीं से बात करेंगे। चट्टा साहब द ग्रेट जी संदेला साहब बहुत शुक्रिया। ਤੁਹਾਨੂੰ ਵੀ ਬੜੀ ਮੁਬਾਰਕ ਕਿ ਅੱਜ ਜਿਹੜਾ ਜਲਸਾ ਵਜ਼ੀਰ ਆਜ਼ਮ ਸਾਹਿਬ ਦਾ ਹੋਇਆ। ਇਹ ਮੈਂ ਸਮਝਣਾ ਕਿ ਯੂਕੇ ਦੀ ਤਾਰੀਖ ਦਾ ਇਹ ਰਿਕਾਰਡ ਟੁੱਟਿਆ। ਇੰਨੀ ਦੁਨੀਆ ਬਾਹਰ, ਇੰਨੀ ਦੁਨੀਆ ਅੰਦਰ, ਔਰ ਇੰਨਾ ਵੈਲ ਆਰਗੇਨਾਈਜ਼ਡ, ਔਰ ਵਜ਼ੀਰ ਆਜ਼ਮ ਸਾਹਿਬ ਦੀ ਤਕਰੀਰ ਮੈਂ ਸਮਝਣਾ ਕਿ ਇਹ ਬੜਾ ਘੱਟ ਵੇਖਣ ਨੂੰ ਸਾਨੂੰ ਪਹਿਲੇ ਮਿਲਿਆ। ਪਿਛਲੇ ਅਗਰ ਅਸੀਂ 20 ਸਾਲ ਦੇ ਵਿੱਚ ਜਾਈਏ ਤਾਂ ਬੜਾ ਘੱਟ ਵੇਖਣ ਨੂੰ ਮਿਲਿਆ। ਅਤੇ ਵਜ਼ੀਰ ਆਜ਼ਮ ਸਾਹਿਬ ਨੇ ਤਾਂ ਮੇਰੇ ਖਿਆਲ ਨਾਲ ਫੱਟੇ ਚੁੱਕ ਦਿੱਤੇ ਆ। ਔਰ ਜਿਸ ਤਰ੍ਹਾਂ ਉਹਨਾਂ ਨੇ ਓਵਰਸੀਜ਼ ਪਾਕਿਸਤਾਨੀਆਂ ਨੂੰ ਖਿਤਾਬ ਕੀਤਾ, ਔਰ ਓਵਰਸੀਜ਼ ਪਾਕਿਸਤਾਨੀਆਂ ਦੇ ਕਿੰਨੇ ਮਸਾਇਲ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਅਦਾਲਤਾਂ ਦੇ ਬਾਰੇ ਇੱਕ ਬੜੀ ਬ੍ਰੇਕਿੰਗ ਨਿਊਜ਼ ਸੀ ਕਿ ਅਦਾਲਤਾਂ ਬਣ ਚੁੱਕੀਆਂ, ਔਰ ਜਿਹੜੇ ਸਾਡੇ ਓਵਰਸੀਜ਼ ਪਾਕਿਸਤਾਨੀਆਂ ਦੇ ਜ਼ਿਆਦਾ ਜਿਹੜੇ ਮਸਾਇਲ ਨੇ ਉਹ ਜ਼ਮੀਨ ਦੇ ਮਾਮਲਾਤ ਨੇ। ਸੰਦੇਲਾ ਸਾਹਿਬ ਕਬਜ਼ਾ, ਔਰ ਮੈਂ ਕਬਜ਼ਾ ਮਾਫੀਆ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਖੈਰ ਨਹੀਂ ਹੋਣ। ਇਹ ਮੈਂ ਤੁਹਾਨੂੰ ਦੱਸ ਦਿਆਂ, ਤੁਸੀਂ ਸਾਡੇ ਓਵਰਸੀਜ਼ ਪਾਕਿਸਤਾਨੀਆਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਦੇ ਹੋ, ਔਰ ਉਸ ਤੋਂ ਬਾਅਦ ਤੁਸੀਂ ਇਹ ਆਪਣੇ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਬਿਠਾ ਕੇ ਬਹਿੰਦੇ ਹੋ ਕਿ ਇਹਨਾਂ ਨੇ ਆਉਣਾ, 10 ਦਿਨ ਰਹਿਣਾ, 15 ਦਿਨ ਰਹਿਣਾ, ਚਲੇ ਜਾਣਾ। ਇਹਨਾਂ ਦਾ ਕਿਹੜਾ ਕੋਈ ਵਾਲੀ ਵਾਰਸ ਹੈ? ਔਰ ਸਾਡਾ ਵਾਲੀ ਵਾਰਸ ਸਾਡਾ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਹੈ, ਔਰ ਸਾਡੀ ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਸਾਹਿਬਾ। ਔਰ ਕੋਈ ਵੀ ਓਵਰਸੀਜ਼ ਪਾਕਿਸਤਾਨੀ ਹੈ ਉਹਦੀ ਕਿਸੇ ਵੀ ਜਾਇਦਾਦ 'ਤੇ ਹੁਣ ਕਬਜ਼ਾ ਨਹੀਂ ਹੋ ਸਕਦਾ, ਔਰ ਜਿਨ੍ਹਾਂ 'ਤੇ ਕਬਜ਼ਾ ਹੋਇਆ ਉਹ ਵੀ ਵਾਪਸ ਹੋਏਗਾ, ਔਰ ਉਹ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਹੋਣਗੇ। ਤੇ ਬਹੁਤ ਜ਼ਿਆਦਾ ਮਜ਼ਾ ਆਇਆ। ਮਾਰ ਕਾ ਹੱਕ ਦੇ ਬਾਰੇ ਉਹਨਾਂ ਕਿਹਾ ਕਿ ਹਿੰਦੁਸਤਾਨ ਨੂੰ ਦੇਖੋ, ਹਿੰਦੁਸਤਾਨ ਨੂੰ ਅਸੀਂ 4 ਘੰਟੇ ਦੇ ਵਿੱਚ ਲੰਮਿਆਂ ਪਾ ਦਿੱਤਾ ਜੀ। ਉਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਫਲਾਣਿਆਂ ਤੈਨੂੰ ਮੈਂ ਬੰਨ੍ਹ ਕੇ ਮਾਰਾਂਗਾ, ਅਤੇ ਬੰਨ੍ਹ ਕੇ ਅਸੀਂ ਮਾਰਿਆ। ਔਰ ਵਜ਼ੀਰ ਆਜ਼ਮ ਸਾਹਿਬ ਨੇ ਅੱਜ ਜਿਸ ਖੜਾਕ ਦੇ ਨਾਲ ਉਹ ਗੱਲ ਕੀਤੀ ਕਿ ਅਸੀਂ ਹਿੰਦੁਸਤਾਨ ਨੂੰ ਬੰਨ੍ਹ ਕੇ ਮਾਰਿਆ, ਔਰ ਵਾਕਿਆ ਹੀ ਅਸੀਂ ਬੰਨ੍ਹ ਕੇ ਮਾਰਿਆ। ਸਾਡੇ ਤੋਂ 5 ਗੁਣਾ ਵੱਡਾ ਉਹ ਮੁਲਕ ਹੈ, ਔਰ ਅੱਲਾ ਦੇ ਫਜ਼ਲ ਕਰਮ ਦੇ ਨਾਲ, ਉਸ ਮਾਲਕ ਦੇ ਫਜ਼ਲ ਨਾਲ, ਉਸ ਮਾਲਕ ਦੀ ਰਹਿਮਤ ਨਾਲ ਅਸੀਂ ਭਾਰਤ ਨੂੰ ਸ਼ਿਕਸਤ ਦਿੱਤੀ। ਔਰ 78 ਸਾਲਾ ਤਾਰੀਖ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਆਪਣੀ ਅੱਖੀਂ ਵੇਖੀਆਂ, ਔਰ ਅਸੀਂ ਇਸ ਜੰਗ ਦੇ ਵਿੱਚ ਸੰਦੇਲਾ ਸਾਹਿਬ, ਤੁਸੀਂ ਔਰ ਮੈਂ ਇਸ ਜੰਗ ਵਿੱਚ ਸ਼ਰੀਕ ਹੋਏ। ਅਸੀਂ ਡਿਜੀਟਲ ਮੀਡੀਆ 3-4 ਦਿਨ ਅਸੀਂ ਜਾਗੇ, ਔਰ ਜਾਗ ਕੇ ਅਸੀਂ ਆਪਣੀ ਫੌਜ ਦੇ ਨਾਲ ਖੜ੍ਹੇ ਹੋਏ, ਆਪਣੀ ਫਜ਼ਾਈਆ ਦੇ ਨਾਲ ਖੜ੍ਹੇ ਹੋਏ, ਔਰ ਅਸੀਂ ਹਰ ਚੀਜ਼ ਨੂੰ ਰਿਪੋਰਟ ਕੀਤਾ। ਔਰ ਉਸ ਤੋਂ ਬਾਅਦ ਜਦੋਂ ਸਾਨੂੰ ਫਤਹ ਨਸੀਬ ਹੋਈ ਤਾਂ ਸਾਡੇ ਜੋ ਹਾਲਾਤ ਸਨ ਉਹ ਤੁਹਾਨੂੰ ਵੀ ਪਤਾ ਕਿ ਇਹ ਐਸਾ ਲਮਹਾ ਸੀ ਕਿ ਕੋਈ ਵੀ ਬਿਆਨ ਨਹੀਂ ਕਰ ਸਕਦਾ। ਔਰ ਵਜ਼ੀਰ ਆਜ਼ਮ ਸਾਹਿਬ ਨੇ ਉਹ ਚੀਜ਼ਾਂ ਤਾਜ਼ਾ ਕੀਤੀਆਂ, ਸਾਨੂੰ ਦੱਸਿਆ, ਔਰ ਕਿਸ ਤਰ੍ਹਾਂ ਫੀਲਡ ਮਾਰਸ਼ਲ ਸਾਹਿਬ ਨੇ 41 ਕਿਲੋਮੀਟਰ ਅਸੀਂ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕੀਤਾ, ਅੰਦਰ ਜਾ ਕੇ ਉੱਥੇ ਪਾਕਿਸਤਾਨ ਦਾ ਪਰਚਮ ਜਿਹੜਾ ਉਹ ਲਹਿਰਾਇਆ। ਮੈਂ ਸਮਝਣਾ ਕਿ ਪਾਕਿਸਤਾਨ ਇੱਕ ਐਸਾ ਮੁਲਕ ਹੈ। ਮੈਨੂੰ ਫਿਰ ਤਕਰੀਰ ਯਾਦ ਆਉਂਦੀ ਹੈ ਫੀਲਡ ਮਾਰਸ਼ਲ ਦੀ 13 ਅਪ੍ਰੈਲ ਵਾਲੀ, ਕਿ ਇਹ ਪਾਕਿਸਤਾਨ ਕਿਸ ਤਰ੍ਹਾਂ ਬਣਿਆ, ਅੱਲਾ ਪਾਕ ਨੇ ਕਿਸ ਤਰ੍ਹਾਂ ਇਸ ਮੁਲਕ ਨੂੰ ਜਿਹੜਾ ਇਹ ਬਣਾਇਆ, ਔਰ ਉਹ ਸਾਰੀਆਂ ਚੀਜ਼ਾਂ ਅੱਜ ਮੇਰੇ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਔਰ ਫੀਲਡ ਮਾਰਸ਼ਲ ਨੇ ਇਹ ਕਰਕੇ ਵਿਖਾਇਆ, ਔਰ ਪਾਕਿਸਤਾਨ ਨੇ ਭਾਰਤ ਦੀ ਜ਼ਮੀਨ ਦੇ ਵਿੱਚ ਜਾ ਕੇ 41 ਕਿਲੋਮੀਟਰ ਕਬਜ਼ਾ ਕੀਤਾ, ਔਰ ਉੱਥੇ ਜਾ ਕੇ ਸਬਜ਼ ਲਾਲੀ ਪਰਚਮ ਲਹਿਰਾਇਆ, ਔਰ ਅੱਜ ਪਾਕਿਸਤਾਨ ਦਾ ਨਕਸ਼ਾ ਬਦਲਿਆ। ਸਾਡੀ ਜ਼ਿੰਦਗੀ ਦੇ ਵਿੱਚ ਪਾਕਿਸਤਾਨ ਦਾ ਨਕਸ਼ਾ ਬਦਲਿਆ, ਯਾਨੀ ਮਤਲਬ ਕਿ ਸਾਨੂੰ ਮਜ਼ੀਦ ਜ਼ਮੀਨ ਮਿਲੀ। ਬਿਲਕੁਲ ਟਰੂ। ਮੈਂ ਸਮਝਦਾ ਕਿ ਯਾਰ ਇਸ ਤੋਂ ਵੱਡੀ ਕਿਹੜੀ ਖੁਸ਼ੀ ਹੈ। ਬੇਸ਼ੱਕ। ਅੱਛਾ, ਓਵਰਸੀਜ਼ ਦੇ ਵਿੱਚ ਕਿਹਾ ਜਾਂਦਾ ਸੀ ਕਿ ਇਮਰਾਨ ਖਾਨ ਦਾ ਬੜਾ ਰੋਲ ਹੈ, ਯੂਥੀਏ ਜਿਹੜੇ ਬੜੇ ਨੇ 804। ਅੱਜ ਦਾ ਰਸ਼ ਵੇਖ ਕੇ ਤੁਸੀਂ ਕੀ ਸਮਝਦੇ ਹੋ ਕਿ ਰੀਪਲੇਸਮੈਂਟ ਹੋ ਗਈ ਹੈ? ਸ਼ਹਿਬਾਜ਼ ਸ਼ਰੀਫ ਸਾਹਿਬ ਜੋ ਹੈ ਨੇ ਉਹ ਇਮਰਾਨ ਖਾਨ ਨਾਲ ਜ਼ਿਆਦਾ ਪਾਪੂਲਰ ਨੇ, ਜਿੰਨੇ ਲੋਕ ਅੰਦਰ ਸਨ ਉਸ ਤੋਂ 2 ਗੁਣਾ ਲੋਕ ਦੇ ਬਾਹਰ ਅੰਦਰ ਜਾਣ 'ਚ ਖਲੋਤੇ ਸਨ। ਦੇਖੋ ਸੰਦੇਲਾ ਸਾਹਿਬ, ਇਹ ਇਮਰਾਨ ਖਾਨ ਦੀ ਜਿਹੜੀ ਪਾਪੂਲੈਰਿਟੀ ਹੈ ਉਹ ਸਾਰੀ ਦੀ ਸਾਰੀ ਟਵਿੱਟਰ ਬੇਸ ਹੈ। ਓਕੇ। ਇੱਕ ਬੰਦਾ ਜਿਹੜਾ ਉਹ ਪਤਾ ਨਹੀਂ 1500 ਅਕਾਊਂਟ ਚਲਾ ਰਿਹਾ,
ਕੋਈ 2000 ਅਕਾਊਂਟ ਚਲਾ ਰਿਹਾ, ਕੋਈ ਪਤਾ ਨਹੀਂ ਕਿਹੜੀਆਂ ਮਸ਼ੀਨਾਂ ਲਾ ਕੇ ਜਿਸ ਤਰ੍ਹਾਂ ਅਲੀਮਾ ਬਾਜੀ ਦੀਆਂ ਮਸ਼ੀਨਾਂ ਨੇ, ਇਸ ਤਰ੍ਹਾਂ ਉਹ ਮਸ਼ੀਨਾਂ ਲਾ ਕੇ ਤੇ ਉਹ ਅਕਾਊਂਟ ਚਲਾਉਂਦੇ ਨੇ, ਤੇ ਉਹਨੂੰ ਫਿਰ ਉਹ ਪਾਪੂਲੈਰਿਟੀ ਜਿਹੜੀ ਹੈ ਬੜੀ ਹੈ, ਫਲਾਣੀ ਚੀਜ਼ ਬੜੀ ਹੈ। ਕੋਈ ਐਸੀ ਚੀਜ਼ ਨਹੀਂ। ਮੁਹਿੱਬੇ ਵਤਨ ਓਵਰਸੀਜ਼ ਪਾਕਿਸਤਾਨੀ ਪਾਕਿਸਤਾਨ ਦੇ ਨਾਲ ਖੜੇ ਨੇ, ਪਾਕਿਸਤਾਨ ਦੀ ਫੌਜ ਦੇ ਨਾਲ ਖੜੇ ਨੇ, ਪਾਕਿਸਤਾਨ ਦੀ ਰਿਆਸਤ ਦੇ ਨਾਲ ਖੜੇ ਨੇ, ਆਪਣੀ ਮਿੱਟੀ ਦੇ ਨਾਲ ਖੜੇ ਨੇ, ਆਪਣੀ ਧਰਤੀ ਦੇ ਨਾਲ ਖੜੇ ਨੇ। ਔਰ ਉਹਨਾਂ ਹਮੇਸ਼ਾ ਸਾਬਤ ਕੀਤਾ, ਪਿਛਲੇ 2 ਸਾਲ ਤੋਂ ਤੁਸੀਂ ਰੈਮਿਟੈਂਸ ਵੇਖ ਲਓ ਸੰਦੇਲਾ ਸਾਹਿਬ, ਤੁਸੀਂ ਰਿਕਾਰਡ ਚੈੱਕ ਕਰੋ, ਹਰ ਮਹੀਨੇ ਓਵਰਸੀਜ਼ ਪਾਕਿਸਤਾਨੀ ਪਿਛਲੇ ਮਹੀਨੇ ਨਾਲੋਂ ਜ਼ਿਆਦਾ ਰੈਮਿਟੈਂਸ ਪਾਕਿਸਤਾਨ ਦੇ ਵਿੱਚ ਭੇਜ ਰਹੇ ਨੇ। ਲੇਕਿਨ ਇਮਰਾਨ ਖਾਨ ਸਾਹਿਬ ਨੇ ਕੀ ਕਾਲ ਦਿੱਤੀ ਸੀ, ਅਲੀਮਾ ਨੇ ਕੀ ਕਾਲ ਦਿੱਤੀ ਸੀ, ਇਹਨਾਂ ਦੀ ਸੋਸ਼ਲ ਮੀਡੀਆ ਨੇ ਕੀ ਕਾਲ ਦਿੱਤੀ ਸੀ, ਪੈਸੇ ਨਹੀਂ ਭੇਜਣੇ। ਲੇਕਿਨ ਓਵਰਸੀਜ਼ ਪਾਕਿਸਤਾਨੀ ਜਿਹੜੇ ਨੇ ਉਹ ਡਬਲ ਮਿਹਨਤ ਕਰਕੇ, ਡਬਲ ਸ਼ਿਫਟ ਕਰਕੇ ਪਾਕਿਸਤਾਨ ਦੇ ਵਿੱਚ ਡਬਲ ਪੈਸੇ ਭੇਜ ਰਹੇ ਨੇ। ਇਹ ਪਾਕਿਸਤਾਨ ਦੀ ਰਿਆਸਤ, ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਦੀ ਫੌਜ, ਸਾਡੇ ਮਿੱਠੇ ਪਿਆਰੇ ਫੀਲਡ ਮਾਰਸ਼ਲ ਔਰ ਪੂਰੀ ਕੌਮ ਤੇ ਇਤਮਾਦ ਦਾ ਇਜ਼ਹਾਰ ਹੈ ਓਵਰਸੀਜ਼ ਪਾਕਿਸਤਾਨੀਆਂ ਦਾ। ਔਰ ਇੰਨੀ ਦੁਨੀਆ ਸੀ ਕਨਵੈਨਸ਼ਨ ਦੇ ਅੰਦਰ ਔਰ ਕਨਵੈਨਸ਼ਨ ਤੋਂ ਬਾਹਰ, ਇਹ 2 ਕਨਵੈਨਸ਼ਨ ਸੀ ਜੀ, ਇੱਕ ਅੰਦਰ ਤੇ ਇੱਕ ਬਾਹਰ, ਇੱਕ ਅੰਦਰ ਤੇ ਇੱਕ ਬਾਹਰ। ਜ਼ਹਿਰੀ ਗੱਲ ਹੈ, ਤੁਹਾਨੂੰ ਪਤਾ ਹੈ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਜਗ੍ਹਾ ਥੋੜੀ ਹੁੰਦੀ ਹੈ, ਬੜਾ ਕੰਜਸਟਡ ਜਿਹਾ ਮਾਹੌਲ ਹੁੰਦਾ ਹੈ, ਔਰ ਹਰ ਕੋਈ ਅੰਦਰ ਨਹੀਂ ਆ ਸਕਦਾ, ਇੱਕ ਰਜਿਸਟ੍ਰੇਸ਼ਨ ਦਾ ਅਮਲ ਹੁੰਦਾ ਹੈ, ਔਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਲੇਕਿਨ ਮੁਹੱਬਤ ਕਰਨ ਵਾਲੇ ਜਿਹੜੇ ਨੇ ਉਹ ਬਾਹਰ ਵੀ ਖਲੋ ਕੇ ਉਹਨਾਂ ਸਾਰਾ ਕੁਝ ਵੇਖਿਆ, ਅੰਦਰ ਖਲੋ ਕੇ ਵੀ ਸਾਰਾ ਕੁਝ ਉਹਨਾਂ ਵੇਖਿਆ। ਅੱਜ ਰਿਕਾਰਡ ਟੁੱਟ ਗਏ ਨੇ ਯੂਕੇ ਦੇ, ਬਰਤਾਨੀਆ ਦੇ। ਯਾਦ ਕਰੋ ਪਿਛਲੇ ਸਾਲ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਸਾਲਗਿਰਾ ਤੇ ਖਾਜਾ ਆਸਫ ਸਾਹਿਬ ਆਏ ਸੀ, ਕਿੰਨੀ ਦੁਨੀਆ ਸੀ, ਮਤਲਬ ਕਿ ਕੋਈ ਧੁਰ ਧਰ ਨਹੀਂ ਸੀ, ਕੋਈ ਬੰਦਾ ਗਿਣ ਹੀ ਨਹੀਂ ਸਕਦਾ। ਲੋਕ ਬਾਹਰੋਂ ਨਾਰਾਜ਼ ਹੋ ਕੇ ਗਏ ਸਨ, ਔਰ ਬਾਹਰੋਂ ਨਾਰਾਜ਼ ਹੋ ਕੇ ਵੀ ਗਏ, ਔਰ ਬਾਹਰ ਵੀ ਖਲੋਤੇ ਰਹੇ ਜੀ। ਅੱਜ ਵੀ ਸਾਨੂੰ ਉਹ ਕਹਿੰਦੇ ਨੇ ਕਿ ਸਾਨੂੰ ਤੁਸੀਂ ਮੌਕਾ ਨਹੀਂ ਦਿੱਤਾ, ਲੇਕਿਨ ਤੁਸੀਂ ਅਗਰ 5000 ਦੀ ਜਗ੍ਹਾ ਤੇ 5000 ਨਹੀਂ ਆਣਾ। ਲੋਕੀ ਬਾਹਰ ਖਲੋ ਕੇ ਵਹਿੰਦੇ ਰਹੇ, ਇੰਤਜ਼ਾਰ ਕਰਦੇ ਰਹੇ। ਔਰ ਅੱਜ ਵੀ ਜੋ ਉੱਥੇ ਹੋਇਆ, ਯਕੀਨ ਕਰੋ ਕਿ ਦਿਲ ਖੁਸ਼ ਹੋ ਗਿਆ। ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਸਾਹਿਬ ਇੱਕ ਫਾਤਿਹ ਵਜ਼ੀਰ ਆਜ਼ਮ ਨੇ, ਸਾਨੂੰ ਵਜ਼ੀਰ ਆਜ਼ਮ ਸਾਹਿਬ ਤੇ ਫਖਰ ਹੈ। ਤਾਰੀਖ ਰਕਮ ਹੋ ਚੁੱਕੀ ਹੈ, ਪਾਕਿਸਤਾਨ ਨੇ ਉਹ ਕਰਕੇ ਦਿਖਾ ਦਿੱਤਾ, ਦੁਨੀਆ ਹੈਰਾਨੋ ਪਰੇਸ਼ਾਨ ਹੈ। ਔਰ ਉਸ ਤੋਂ ਬਾਅਦ ਜਿਹੜਾ ਸਾਊਦੀ ਅਰਬ ਵਾਲਾ ਜਿਹੜਾ ਮੁਆਹਦਾ ਹੈ, ਉਹਦੇ ਵਿੱਚ ਪਾਕਿਸਤਾਨ ਨੇ ਜਿਹੜੀ ਤਾਰੀਖ ਰਕਮ ਕੀਤੀ ਹੈ। ਔਰ ਪਾਕਿਸਤਾਨ ਦੀ 99% ਜਿਹੜੀ ਆਬਾਦੀ ਹੈ ਅੱਜ ਉਹ ਉਹਨਾਂ ਦਾ ਸਾਰਾ ਫਖਰ ਨਾਲ ਬੁਲਾਉਂਦੇ, ਲੇਕਿਨ 1% ਜਿਹੜੇ ਉਸ ਫਿਤਨੇ ਦਾ ਸ਼ਿਕਾਰ ਨੇ, ਅਬਲੀਸ ਦੇ ਫਾਲੋਅਰ, ਜਿਹੜੇ ਅਬਲੀਸ ਦੇ ਫਾਲੋਅਰ ਨੇ ਜਿਹੜੇ ਅਬਲੀਸ ਦੇ ਫਾਲੋਅਰ ਨੇ, ਉਹ ਕਦੀ ਵੀ ਯਕੀਨ ਨਹੀਂ ਕਰਦੇ। ਉਹ ਕਹਿੰਦੇ ਨੇ ਕੋਈ ਵਾਅਦਾ ਹੀ ਕੋਈ ਨਹੀਂ ਹੈ, ਉਹ ਕਹਿੰਦੇ ਨੇ ਬਾਹਰ ਆ ਕੇ ਸਭ ਉਡਾ ਦੇ। ਉਹਨਾਂ ਕੋਲ ਗੱਲ ਹੀ ਕੋਈ ਨਹੀਂ ਹੈ, ਇਹ ਜੋ ਕਰਾ ਰਿਹਾ ਇਮਰਾਨ ਖਾਨ ਕਰਾ ਰਿਹਾ, ਠੀਕ ਹੈ ਨਾ। ਤੇ ਮੈਂ ਸਮਝਦਾ ਕਿ ਪਾਕਿਸਤਾਨ ਦੇ ਅੱਛੇ ਦਿਨ ਸ਼ੁਰੂ ਹੋ ਚੁੱਕੇ ਆ। ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਸਾਹਿਬ, ਵਜ਼ੀਰ ਖਾਰਜਾ ਇਸਾਕ ਡਾਰ ਸਾਹਿਬ, ਫੀਲਡ ਮਾਰਸ਼ਲ ਆਸਮ ਮੁਨੀਰ ਸਾਹਿਬ, ਇਹ 3 ਸ਼ਖਸ, ਇਹ ਐਸਾ ਇਹਨਾਂ ਨੇ ਕੰਮ ਪਾਈ ਹੈ, ਐਸੀ ਗੇਮ ਪਾਈ ਹੈ ਆਪਣੇ ਵਤਨ ਵਾਸਤੇ, ਜਿਹਦੀ ਤੁਸੀਂ ਜਿੰਨੀ ਵੀ ਤਾਰੀਫ ਕਰ ਸਕੋ, ਸਾਡੇ ਕੋਲ ਅਲਫਾਜ਼ ਹੀ ਨਹੀਂ ਹਨ। ਯਕੀਨ ਕਰੋ, ਮੈਂ ਸਮਝਦਾ ਕਿ ਸਾਊਦੀ ਅਰਬ ਦੀ ਆਵਾਮ ਕੋਲੋਂ ਤੁਸੀਂ ਪੁੱਛ ਕੇ ਵੇਖੋ, ਸਾਊਦੀ ਅਰਬ ਦੀ ਆਵਾਮ ਕੋਲੋਂ, ਖਵਾਤੀਨ ਕੋਲੋਂ, ਬੱਚਿਆਂ ਕੋਲੋਂ, ਲੱਖਾਂ ਦੇ ਹਿਸਾਬ ਨਾਲ ਝੰਡੇ ਲੱਗੇ ਨੇ, ਉਹਨਾਂ ਕੋਲੋਂ ਪੁੱਛੋ ਤੁਸੀਂ ਕਿ ਪਾਕਿਸਤਾਨ ਕੀ ਹੈ ਅੱਜ, ਅਲ ਪਾਕਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਤੇ ਉਹ ਤੁਹਾਨੂੰ ਦੱਸਣਗੇ। ਤੇ ਮੈਂ ਸਮਝਦਾ ਕਿ ਲੰਦਨ ਨੇ ਤਾਰੀਖ ਰਕਮ ਕੀਤੀ, ਲੰਦਨ ਦੀ ਆਵਾਮ, ਪਾਕਿਸਤਾਨੀ ਆਵਾਮ, ਓਵਰਸੀਜ਼ ਪਾਕਿਸਤਾਨੀ, ਉਹਨਾਂ ਦੇ ਕਿੰਨੇ ਮਸਾਇਲ ਹੱਲ ਹੋਏ, ਅਦਾਲਤਾਂ ਬਣ ਚੁੱਕੀਆਂ, ਮਾਮਲਾਤ ਅੱਗੇ ਚਲੇ ਗਏ। ਉਸ ਤੋਂ ਬਾਅਦ ਮਜ਼ੀਦ ਸਹੂਲਤਾਂ ਜਿਹੜੀਆਂ ਨੇ ਓਵਰਸੀਜ਼ ਪਾਕਿਸਤਾਨੀਆਂ, ਅਗਲੇ ਪ੍ਰੋਗਰਾਮ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਹਕੂਮਤ ਪੰਜਾਬ ਨੇ ਔਰ ਹਕੂਮਤ ਪਾਕਿਸਤਾਨ ਨੇ। ਹਕੂਮਤ ਪੰਜਾਬ ਦੇ ਬਾਰੇ ਅੰਦਰ ਕੋਈ ਸਵਾਲ ਜ਼ਰੂਰ ਕਰਨਾ ਹੈ। ਕਾਇਦੇ-ਆਜ਼ਮ ਨੇ ਪਾਕਿਸਤਾਨ ਬਣਾਇਆ ਸੀ ਔਰ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਪਾਕਿਸਤਾਨ ਦਾ ਹਦੂਦ ਅਰਬਾ ਸਾਊਦੀ ਅਰਬ ਤੱਕ ਲਾਤਾ। ਇੱਕ ਮੁਲਕ ਦਾ ਜਿਹੜੇ 2 ਮੁਲਕ ਸਨ, ਇੱਕ ਮੁਲਕ ਹੋ ਗਿਆ। ਇਹਦੇ ਤੇ ਵੀ ਤੁਸੀਂ ਗੱਲ ਕਰੋ ਕਿ ਪਾਕਿਸਤਾਨ ਤੇ ਰਕਬੇ ਦੇ ਲਿਹਾਜ਼ ਨਾਲ ਹੋਰ ਵੱਡਾ ਹੋ ਗਿਆ। ਦੇਖੋ ਨਾ, ਸਾਊਦੀ ਅਰੇਬੀਆ ਜੀ ਔਰ ਅਸੀਂ ਜੀ ਯਕਜਾਨ ਹੋ ਗਿਆ, ਯਸ, ਇੰਜ ਹੋ ਗਿਆ। ਯਸ, ਸਾਊਦੀ ਅਰਬ ਸਾਡਾ ਜਿਸਮ ਇੱਕ ਜਾਨ, ਤੇ ਅਸੀਂ ਸਾਊਦੀ ਅਰਬ ਦੇ, ਠੀਕ ਹੈ ਨਾ। ਵਾਹ। ਤੇ ਮੈਂ ਯਕੀਨ ਕਰੋ ਕਿ ਇਹ ਖੁਸ਼ੀ ਦੀ ਕੋਈ ਇੰਤਹਾ ਨਹੀਂ, ਬਿਲਕੁਲ ਖੁਸ਼ੀ। ਔਰ ਇਹ ਇੱਕ ਐਸਾ ਮਾਰਕ ਹੈ ਜਿਹਦੇ ਵਿੱਚ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਹੈ ਔਰ ਫੀਲਡ ਮਾਰਸ਼ਲ ਆਸਮ ਮੁਨੀਰ ਹੈ। ਅੱਲਾਹ ਪਾਕ ਇੱਜ਼ਤ ਦਿੰਦਾ ਹੈ, ਬੇਸ਼ੱਕ, ਠੀਕ ਹੈ ਨਾ। ਅੱਲਾਹ ਪਾਕ ਨੇ ਇਹਨਾਂ ਦੋਨੋਂ ਇੱਜ਼ਤ ਦਿੱਤੀ ਹੈ।
ਔਰ ਜ਼ਹਿਰੀ ਗੱਲ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਪਿੱਛੇ ਬੈਠੇ ਆ ਓਹ ਜਿਹੜੇ ਲੀਡਰ ਨੇ ਬਾਬਾ ਜੀ driving seat ਤੇ ਬੈਠੇ ਜਿਹੜੇ ਰਹਿਨੁਮਾ ਨੇ, ਠੀਕ ਹੈ ਨਾ, ਉਹਨਾਂ ਦੀ ਰਹਿਨਮਾਈ ਔਰ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਔਰ ਫੀਲਡ ਮਾਰਸ਼ਲ ਸਾਹਿਬ ਦੀਆਂ ਕੋਸ਼ਿਸ਼ਾਂ, ਅਸਾਗਦਾਰ ਸਾਹਿਬ ਦੀ ਜਿਹੜੀ ਫਾਰਨ ਪਾਲਿਸੀ, ਮੈਂ ਸਮਝਦਾ ਕਿ ਇਹ ਅਸੀਂ ਤਾਰੀਖ ਦੀ ਖੁਸ਼ਕਿਸਮਤ ਜਿਹੜੇ ਦੌਰ ਨੇ, ਜਿਹੜੇ ਦਿਨ ਨੇ, ਉਹਨਾਂ ਦੇ ਵਿੱਚ ਪਾਕਿਸਤਾਨ ਇਸ ਵਕਤ ਮੌਜੂਦ ਹੈ। ਇਨਸ਼ਾ ਅੱਲਾਹ ਤਾਲਾ ਅਸੀਂ ਸਾਨੂੰ ਇਸ ਗੱਲ ਦਾ ਇਸ ਚੀਜ਼ ਨਜ਼ਰ ਵੀ ਆ ਰਹੀ ਹੈ ਕਿ ਅਗਲੇ ਚੰਦ ਮਹੀਨਿਆਂ ਤੱਕ ਤੁਸੀਂ ਵੇਖੋ ਦੇ ਕਿ ਪਾਕਿਸਤਾਨ ਦਾ ਸ਼ਿਮਲਾ ਇਸ ਤੋਂ ਮਜ਼ੀਦ ਬੁਲੰਦ ਹੋ, ਕਿਉਂਕਿ ਇਸ ਵਕਤ ਵੀ ਪਾਕਿਸਤਾਨ ਮੁਸਲਿਮ ਉਮਾ ਜਿਹੜੀ ਹੈ ਉਹਨਾਂ ਦਾ ਸਿਰ ਹੈ, ਉਹਨਾਂ ਦਾ ਚਿਹਰਾ ਹੈ, ਬੇਸ਼ੱਕ ਉਹਨਾਂ ਦਾ ਬੇਤਾਜ ਬਾਦਸ਼ਾਹ ਹੈ। ਤੇ ਅਗਲੇ ਆਉਣ ਵਾਲਿਆਂ ਚੰਦ ਮਾਹ ਦੇ ਵਿੱਚ ਪਾਕਿਸਤਾਨ ਜਿਹੜੀਆਂ ਟਾਪ 10 ਤਾਕਤਾਂ ਨੇ ਦੁਨੀਆ ਦੀਆਂ, ਉਹਨਾਂ ਦੇ ਵਿੱਚ ਸ਼ਾਮਲ ਹੋਣ ਇਨਸ਼ਾ ਅੱਲਾਹ ਤਾਲਾ ਜਾ ਰਿਹਾ। ਇਨਸ਼ਾਅੱਲਾ। ਔਰ ਮੈਂ G20 ਫਿਰ G10 G10 ਔਰ ਮੈਂ ਇੱਥੇ ਵਜ਼ੀਰ ਆਜ਼ਮ ਸਾਹਿਬ ਔਰ ਉਸ ਤੋਂ ਬਾਅਦ ਵਜ਼ੀਰ ਖਾਰਜਾ ਇਸਾਕ ਡਾਰ ਸਾਹਿਬ, ਸਾਡੇ ਮਿੱਠੇ ਪਿਆਰੇ ਫੀਲਡ ਮਾਰਸ਼ਲ ਸਾਹਿਬ, ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੀ ਆਵਾਮ, ਪਾਕਿਸਤਾਨ ਨੂੰ ਮੁਹੱਬਤ ਕਰਨ ਵਾਲੇ ਓਵਰਸੀਜ਼ ਪਾਕਿਸਤਾਨੀ, ਉਹਨਾਂ ਨੂੰ ਮੈਂ 21 ਤੋਪਾਂ ਦੀ ਸਲਾਮੀ ਪੇਸ਼ ਕਰਨਾ ਚਾਹਾਂਗਾ। ਬਿਲਕੁਲ ਠੀਕ ਹੈ। 2 ਸਵਾਲ ਨੇ ਮੇਰੇ ਮਿੱਠਾ ਜੀ। ਇੱਕ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਮੁਸ਼ਕਲ ਵਕਤ ਦੇ ਵਿੱਚ ਜਿਸ ਤਰ੍ਹਾਂ ਮਰੀਮ ਨਵਾਜ਼ ਨੇ ਸੈਲਾਬ ਦੇ ਵਿੱਚ ਖਿਦਮਤ ਕੀਤੀ ਹੈ, ਕੋਈ 8 ਤੋਂ 10 ਲੱਖ ਬੰਦੇ ਰੈਸਕਿਊ ਕੀਤੇ ਨੇ, 2.5-3 ਲੱਖ ਜਾਨਵਰ ਰੈਸਕਿਊ ਕੀਤੇ ਨੇ। ਤਕਰੀਰ ਵਿੱਚ ਵਜ਼ੀਰ ਆਜ਼ਮ ਸਾਹਿਬ ਨੇ ਉਹਨਾਂ ਦੀ ਵੀ ਤਾਰੀਫ ਕੀਤੀ ਹੈ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਕਿਸੇ ਪਾਸਿਓਂ ਪੈਸੇ ਨਹੀਂ ਮੰਗਣਗੀਆਂ, ਆਪਣੇ ਪੰਜਾਬ ਦੇ ਸੋਰਸ ਨਾਲ ਆਪਣੇ ਲੋਕਾਂ ਦੀ ਖਿਦਮਤ ਕਰਨਗੇ? ਸਰ ਦੇਖੋ, ਮੈਂ ਸਮਝਦਾ ਕਿ ਇਹ ਤਾਰੀਖ ਦਾ ਸਭ ਤੋਂ ਵੱਡਾ ਰੈਸਕਿਊ ਆਪਰੇਸ਼ਨ ਹੈ। ਜੀ ਨਾ ਪਹਿਲੇ ਵੇਖਿਆ, ਜੀ, ਨਾ ਪਹਿਲੇ ਸੁਣਿਆ। ਠੀਕ ਹੈ ਔਰ ਜਿਸ ਤਰ੍ਹਾਂ ਪੰਜਾਬ ਦੀ ਕਾਬੀਨਾ ਜੀ, ਇਸ ਵਕਤ ਮੁਲਤਾਨ ਡਿਵੀਜ਼ਨ ਵਿੱਚ ਹੈ, ਓਹੋ ਔਰ ਉਹ ਵਿਚਾਰੇ ਚਾਰ ਪਾਈਆਂ ਦੇ ਉਹਦਾ ਉੱਥੇ ਨਾਂ ਲੈਣਾ ਬੜਾ ਜ਼ਰੂਰੀ ਹੈ। ਰਾਣਾ ਸਿਕੰਦਰ, ਮਰੀਮ ਔਰੰਗਜ਼ੇਬ, ਮਰੀਮ ਔਰੰਗਜ਼ੇਬ, ਮਲਕ ਸੁਹੇਬ ਬਰਤ ਸਾਹਿਬ, ख्वाजा सलमान रफीक, ਖਵਾਜਾ ਸਲਮਾਨ ਰਫੀਕ ਇਹ ਸਾਹਿਬ, ਚਾਰੇ ਤੇ ਕਮ ਸੇ ਕਮ ਹਰ ਟਾਈਮ ਨਜ਼ਰ ਆ। ਮੈਂ ਯਕੀਨ ਕਰੋ, ਕਾਜ਼ਮ ਪੀਰਜ਼ਾਦਾ ਜੀ। ਸਾਡਾ ਮਿੱਠਾ ਪਿਆਰਾ। ਜੀ ਜੀ, ਕਦੀ ਤੁਸੀਂ ਸੋਚਿਆ ਕਿ ਕਾਬੀਨਾ ਦੇ ਸਾਰੇ ਹੀ ਇਹ ਵੱਡੇ ਵਜ਼ੀਰ 2-3 ਵਜ਼ਾਰਤਾਂ ਪਿਛਲੇ 3 ਹਫ਼ਤੇ ਤੋਂ ਖੁੱਲੇ ਅਸਮਾਨ ਦੇ ਥੱਲੇ ਚਾਰ ਪਾਈਆਂ ਦੇ ਉੱਤੇ ਸੋ ਰਹੇ ਨੇ? ਇਹ ਮਿਸਾਲ ਨਹੀਂ ਮਿਲਦੀ, ਇਹ ਖਿਦਮਤ ਆ। ਔਰ ਮਰੀਮ ਨਵਾਜ਼ ਸ਼ਰੀਫ ਸਾਹਿਬਾ ਹਰ ਰੋਜ਼ ਉੱਥੇ ਪਹੁੰਚਦੀ ਹੈ। ਇਹ ਨਹੀਂ ਪਹਿਲੇ ਕਦੀ ਸੀ ਵੇਖਿਆ। ਇਸ ਤੋਂ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਉਹਨਾਂ ਦੇ ਨਜ਼ਦੀਕ ਹਕੂਮਤ, ਤਾਕਤ ਕੋਈ ਚੀਜ਼ ਨਹੀਂ ਹੈ। ਖਿਦਮਤ, ਅਸਲ ਚੀਜ਼ ਖਿਦਮਤ। ਖਿਦਮਤ। ਔਰ ਮੈਂ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਸਾਡੀ ਵੱਡੀ ਭੈਣ, ਅਸੀਂ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਪੇਸ਼ ਕਰਨੇ ਆ। ਔਰ ਮੈਂ ਸਮਝਣਾ ਕਿ ਉਸ ਔਰਤ ਨੇ ਐਸੇ ਕੰਮ ਕਰ ਦਿੱਤੇ ਨੇ ਜਿਨ੍ਹਾਂ ਦੀ ਮਿਸਾਲ ਨਹੀਂ ਮਿਲਦੀ। ਚੱਕਰ ਹੀ ਕੋਈ ਨਹੀਂ ਹੈ। ਤੁਸੀਂ ਤਾਰੀਖ ਫੋਲ ਲਓ, ਤੁਸੀਂ ਆ ਕੈਂਸਰ ਦੇ ਇਲਾਜ ਵਾਲਾ ਵੇਖ ਲਓ, ਜੀ। ਔਰ ਉਸ ਤੋਂ ਬਾਅਦ ਤੁਸੀਂ ਸੈਂਕੜਿਆਂ ਦੇ ਹਿਸਾਬ ਤੇ ਮਨਸੂਬੇ ਵੇਖ ਲਓ। ਇੱਕ ਔਰਤ ਨੇ ਕਿਸ ਤਰ੍ਹਾਂ ਇਨਕਲਾਬ ਬਰਪਾ ਕੀਤਾ, ਔਰ ਸਪੈਸ਼ਲੀ ਸੈਲਾਬ ਜ਼ਦਗਾਨ ਦੀ ਮਦਦ। ਔਰ ਮੈਂ ਸਮਝਣਾ ਕਿ ਉਹ ਜਿਹੜੇ ਸੈਲਾਬ ਜ਼ਦਗਾਨ ਨੇ, ਉਹਨਾਂ 3 ਤਹਿਸੀਲਾਂ ਦੇ ਵਿੱਚ 5 ਸਟਾਰ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ। 3 ਟਾਈਮ ਦਾ ਖਾਣਾ, ਕੱਪੜੇ, ਜੁੱਤੀ, ਹਰ ਚੀਜ਼, ਪਾਣੀ, ਮਿਨਰਲ ਵਾਟਰ, ਇੱਕ ਚੀਜ਼, ਟਾਇਲਟ ਦੀ ਸਹੂਲਤ, ਜਾਨਵਰਾਂ ਨੂੰ ਚਾਰਾ ਤੱਕ। ਤੇ ਮੈਂ ਸਮਝਣਾ ਇਹ ਅਸੀਂ ਪਹਿਲੇ ਨਹੀਂ ਕਦੀ ਵੇਖਿਆ। ਇਹ ਇੱਕ ਛੋਟੀ ਜਿਹੀ ਰਿਕੁਐਸਟ ਹੈ, 21 ਤੋਂ ਤੋਪਾਂ 23 ਕਰ ਦਿਓ ਸਲਾਮੀ ਦੇਣ ਵਾਸਤੇ ਅਗਰ ਹੋ ਸਕੇ ਜੀ। 23 ਤੋਪਾਂ ਦੀ ਸਲਾਮੀ, 23 ਤੋਪਾਂ ਦੀ ਸਲਾਮੀ ਮਰੀਮ ਬੀਬੀ ਨੂੰ ਜੀ। ਇੱਕ ਛੋਟਾ ਜਿਹਾ ਸਵਾਲ ਹੋਰ। ਅੱਛਾ, ਇਸ ਸਵਾਲ ਦੇ ਨਾਲ ਗੱਲ ਕਰਦੇ ਹਾਂ ਬੜਾ ਡਰ ਲੱਗਦਾ। ਅਸੀਂ ਮੁਸਲਮਾਨ ਹੋਣ ਦੀ ਹੈਸੀਅਤ 'ਤੇ ਜਦੋਂ ਇਸਲਾਮ ਦੇ ਬਾਰੇ ਗੱਲ ਕਰਨੇ ਆ ਤੇ ਅੰਦਰੋਂ ਡਰਨੇ ਵੀ ਆ। ਯੂਥੀਏ ਬੇਸ਼ੱਕ ਉਹਨੂੰ ਐਜ਼ ਆ ਇਸਲਾਮੀ ਟੱਚ ਇਸਤੇਮਾਲ ਕਰਕੇ ਆਪਣੇ ਮਤਲਬ ਲਈ ਇਸਤੇਮਾਲ ਕਰਦੇ ਨੇ, ਲੇਕਿਨ ਅਸੀਂ ਮੁਸਲਮਾਨਾਂ, ਸਾਡਾ ਦਿਲ ਘਬਰਾਉਂਦਾ ਹੈ। ਅੱਗੇ ਅਸੀਂ ਬੈਠੇ ਗੱਲ ਵੀ ਕਰ ਰਹੇ ਸਾਂ ਕਿ ਖਾਨ ਸਾਹਿਬ ਨੂੰ ਜ਼ਾਹਿਰ ਹੈ ਜੁਰਮਾਂ ਦੀ ਸਜ਼ਾ ਤੇ ਮਿਲ ਰਹੀ ਹੈ, ਲੇਕਿਨ ਮਸਜਿਦ ਨਬਵੀ ਦੇ ਵਿੱਚ ਉਹਨਾਂ ਜੋ ਕੀਤਾ, ਮੱਕਾ ਮਦੀਨਾ ਦੇ ਵਿੱਚ ਜੋ ਕੀਤਾ, ਰਿਆਸਤ ਮਦੀਨਾ ਦੇ ਲਫ਼ਜ਼ ਦੇ ਨਾਲ ਜਿਸ ਤਰ੍ਹਾਂ ਖੇਡਿਆ, ਇਯਾ ਕਾ ਨਾਬੁਦੋ ਜਾਂ ਸਾਰਾ ਇਸਲਾਮ ਨੂੰ ਇਸਤੇਮਾਲ ਕੀਤਾ। ਅਜ਼ਾਨਾਂ ਵਾਲੇ ਮਾਮਲੇ ਤੇ ਵੀ ਉਹਨਾਂ ਨੇ ਜੋ ਕੀਤਾ, ਉਹ ਵੀ ਤੁਸੀਂ ਵੇਖ ਲਿਆ। ਅਗਰ 500-700 ਬੰਦੇ ਨੇ ਜਾਂ 200 ਬੰਦੇ ਨੇ ਜਾਂ 150 ਬੰਦੇ ਨੇ ਅਜ਼ਾਨਾਂ ਦਿੱਤੀਆਂ ਤਾਂ ਸੋਸ਼ਲ ਮੀਡੀਆ ਤੇ ਈਵਨ ਕਿ ਉਹ ਤੁਸੀਂ ਅੱਗੇ ਸ਼ੌਕਤ ਬਸਰੇ ਦੀ ਵੇਖੀ ਹੋਏਗੀ, ਉਹ ਅਜ਼ਾਨ ਨਹੀਂ ਦੇ ਰਿਹਾ, ਉਹ ਅੱਗੇ ਆਈਪੈਡ ਰੱਖ ਕੇ ਉਹਦੇ ਤੇ ਅਜ਼ਾਨ। ਸ਼ੌਕਤ ਬਸਰੇ ਨੇ ਲਿਬਰਟੀ ਮਾਰਕੀਟ ਦੇ ਵਿੱਚ ਖੁਸਰੇ ਨਾਲ ਵਿਆਹ ਕੀਤਾ ਹੈ, ਔਰ ਮੈਂ ਉਹਨੂੰ ਜਾਣਦਾ ਵੀ ਹਾਂ। ਠੀਕ ਹੈ ਨਾ, ਇਸਲਾਮੀ ਟੱਚ ਤੇ ਮਤਲਬ ਤੁਸੀਂ ਅੰਦਾਜ਼ਾ ਲਾ ਲਓ। ਸ਼ੌਕਤ ਬਸਰੇ ਦੀ ਤੁਸੀਂ ਗੱਲ ਸੁਣਾ ਰਹੇ ਇਹ ਸ਼ੌਕਤ ਬਸਰਾ ਚਿਸ਼ਤੀਆਂ ਵਾਲਾ, ਤੁਸੀਂ ਕੀ ਕਹਿ ਰਹੇ ਹੋ? ਉਹਨੇ ਕੀ ਕੀਤਾ? ਖੁਸਰੇ ਦੇ ਨਾਲ ਵਿਆਹ ਕੀਤਾ ਲਿਬਰਟੀ ਮਾਰਕੀਟ ਵਿੱਚ, ਔਰ ਉਹ ਸਾਡਾ ਜਾਨੀ ਆ।
ਅਸੀਂ ਜਦੋਂ ਕੋਈ ਕਹੇਗਾ ਅਸੀਂ ਸਾਹਮਣੇ ਰੱਖ ਦਿਆਂਗੇ। ਤੁਸੀਂ ਸ਼ੌਕਤ ਬਸਰਾ ਸਾਹਿਬ ਨੂੰ ਇਹ ਚੈਲੰਜ ਕਰ ਰਹੇ ਹੋ ਕਿ ਉਹਨੇ ਸ਼ੌਕਤ ਬਸਰਾ ਨੂੰ ਮੈਂ ਚੈਲੰਜ ਕਰਨਾ ਕਿ ਤੂੰ ਫਲਾਣੇ ਖੁਸਰੇ ਨਾਲ ਲਿਬਰਟੀ ਮਾਰਕੀਟ ਦੇ ਵਿੱਚ ਵਿਆਹ ਨਹੀਂ ਕੀਤਾ। ਲੋ ਜੀ, ਇਹ ਇੱਕ ਨਵਾਂ ਚੈਲੰਜ ਹੈ। ਸ਼ੌਕਤ ਬਸਰਾ ਜਦੋਂ ਗੱਲ ਸਾਹਿਬ ਕਰੇ ਉਹਦਾ ਸੋਸ਼ਲ ਮੀਡੀਆ ਤੇ ਸ਼ੌਕਤ ਬਸਰਾ ਸਾਹਿਬ ਹੁੰਦੇ ਨੇ, ਖੁਸਰਾ ਜਾਨੀ ਜਿਹੜਾ ਉਹ ਬਿਲਕੁਲ ਵੀਡੀਓ ਦੇ ਵਿੱਚ ਆਏਗਾ, ਆ ਕੇ ਦੱਸੇਗਾ ਦੱਸੇਗਾ ਕਿ ਉਹਦਾ ਕਿੰਨੀ ਦੇਰ ਦਾ ਰਿਲੇਸ਼ਨਸ਼ਿਪ ਹੈ ਸ਼ੌਕਤ ਬਸਰੇ ਨਾਲ, ਔਰ ਲੜਾਈ ਕਿੱਥੋਂ ਆਈ। ਲੜਾਈ ਕਿਸ ਗੱਲ ਤੋਂ ਹੋਈ? ਪੈਸਿਆਂ ਤੋਂ ਲੜਾਈ ਹੋਈ, ਕਿਰਾਏ ਤੋਂ ਲੜਾਈ ਹੋਈ, ਫਲੈਟ ਤੇ ਜਿਹੜਾ ਲੈ ਕੇ ਦਿੱਤਾ ਸੀ 6 ਮਹੀਨੇ ਕਿਰਾਇਆ ਨਾ ਦਿੱਤਾ, ਫਿਰ ਮਿਲਣ ਗਿਆ ਏ। ਜਦੋਂ ਮਿਲਣ ਤੋਂ ਬਾਅਦ ਉਹਨੇ ਕਿਹਾ ਕਿਰਾਇਆ, ਉਹਨੇ ਕਿਹਾ ਕੱਲ ਪਰਸੋਂ ਚੌਥ, ਉਹਨੇ ਫਿਰ ਫੰਡਣ ਤੋਂ ਬਾਅਦ ਫਿਰ ਸ਼ੌਕਤ ਪੁਲਿਸ ਬਸਰੇ ਆਈ। ਨੂੰ? ਹਾਂਜੀ, ਫੰਡਿਆ, ਫਿਰ ਕਮੀਜ਼ ਉਹਨੇ ਪਾੜ ਦਿੱਤੀ, ਕਮੀਜ਼ ਤੋਂ ਬਗੈਰ ਫਿਰ ਰਕਸ਼ੇ ਤੋਂ ਬਹਿ ਕੇ ਨਸਿਆ। ਇਹ ਸਾਰੀਆਂ ਚੀਜ਼ਾਂ, ਪਰਚਾ ਵੀ ਦਰਜ ਹੈ, FIR ਵੀ ਦੇ ਦੇਵਾਂਗੇ, ਠੀਕ ਹੈ ਨਾ। ਇਹ ਜ਼ੁਲਮ ਔਰ ਜ਼ਿਆਦਤੀ ਹੈ। ਔਰ ਤੁਸੀਂ ਜਿਹੜੀ ਗੱਲ ਕੀਤੀ ਹੈ ਇਸਲਾਮਿਕ ਟੱਚ ਦੀ, ਦੇਖੋ ਉਸ ਦਿਨ ਤੋਂ ਜ਼ਵਾਲ ਸ਼ੁਰੂ ਹੋ ਚੁੱਕਿਆ ਸੀ ਜਦੋਂ ਮਸਜਿਦ ਨਬਵੀ ਦੇ ਵਿੱਚ ਸ਼ਬਾਜ਼ ਸ਼ਰੀਫ ਸਾਹਿਬ ਦੀ ਕਬੀਨਾ ਨੂੰ ਗਾਲਮ ਗਲੋਚ ਕੀਤੀ ਗਈ ਸੀ, ਜੁਮਲੇ ਕੱਸੇ ਗਏ ਸੀ। ਉਸ ਦਿਨ ਤੋਂ ਜ਼ਵਾਲ ਸ਼ੁਰੂ ਹੋ ਗਿਆ ਸੀ। ਔਰ ਅੱਜ ਉਸੇ ਹਰਮੈਨ ਸ਼ਰੀਫੈਨ ਦੀ ਸਿਕਿਉਰਿਟੀ, ਉਹਦੀ ਹਿਫਾਜ਼ਤ ਇਸ ਸ਼ਬਾਜ਼ ਸ਼ਰੀਫ ਔਰ ਇਸ ਫੌਜ ਦੇ ਕੋਲ ਆ ਚੁੱਕੀ ਹੈ। ਮੈਂ ਸਮਝਣਾ ਕਿ ਵੇਖਣ ਵਾਲਿਆਂ ਵਾਸਤੇ ਨਿਸ਼ਾਨੀਆਂ ਨੇ। ਉਹ ਜਿਹੜਾ ਵਕਤ ਸੀ, ਅਸੀਂ ਉਸ ਦਿਨ ਵੀ ਕਿਹਾ ਸੀ ਕਿ ਅੱਜ ਜੋ ਇਹਨੇ ਹਰਕਤ ਕੀਤੀ ਹੈ ਅੱਲਾ ਦੇ ਘਰ ਦੇ ਵਿੱਚ, ਮਸਜਿਦ ਨਬਵੀ ਦੇ ਵਿੱਚ ਗਾਲਮ ਗਲੋਚ ਜਿਹੜੀ ਇਹਨੇ ਕਰਵਾਈ ਹੈ ਕਿਰਾਏ ਦੇ ਗੁੰਡਿਆਂ ਕੋਲੋਂ, ਇਹ ਬੰਦਾ ਬਚ ਨਹੀਂ ਸਕਦਾ, ਇਹ ਅੱਲਾ ਦੇ ਅਜ਼ਾਬ ਤੋਂ ਨਹੀਂ ਬਚ ਸਕਦਾ। ਔਰ ਇਹ ਅਜ਼ਾਬ ਆ ਚੁੱਕਿਆ। ਔਰ ਅੱਜ ਤੁਸੀਂ ਪਾਕਿਸਤਾਨ ਨੂੰ ਵੇਖੋ, ਪਾਕਿਸਤਾਨ ਦਾ ਸ਼ਿਮਲਾ ਕਿੱਥੇ ਚਲਾ ਜਾ ਚੁੱਕਿਆ। ਔਰ ਪਾਕਿਸਤਾਨ ਦੇ ਦੁਸ਼ਮਣ ਦੀ ਤੁਸੀਂ ਹਾਲਤ ਅਡਿਆਲਾ ਜੇਲ੍ਹ ਦੇ ਵਿੱਚ ਜਾ ਕੇ ਚੈੱਕ ਕਰੋ। ਕਦੀ ਮੈਨੂੰ ਇਹ ਸ਼ੈ ਦਿਓ, ਕਦੀ ਇਹ ਸ਼ੈ ਦਿਓ, ਕਦੀ ਇਹ ਦਿਓ, ਕਦੀ ਬੀਵੀ ਨੂੰ ਮਿਲਾਓ, ਕਦੀ ਮੈਡੀਕਲ ਕਰਾਓ, ਕਦੀ ਫਲਾਣਾ ਕੁਛ, ਇਹ ਕਰੋ, ਉਹ ਕਰੋ, ਫਲਾਂ ਤਾਲਿਬਾਨ ਨੂੰ ਕੁਛ ਨਾ ਕਹੋ, ਫਲਾਣੇ ਨੂੰ ਕੁਛ ਨਾ ਕਹੋ। ਅੱਜ ਉਹ ਆਪਣੀ ਮੌਤ ਖੁਦ ਮਰ ਰਿਹਾ ਔਰ ਪਾਕਿਸਤਾਨ ਬੁਲੰਦੀ ਦੀ ਤਰਫ ਜਾ ਰਿਹਾ। ਪਾਕਿਸਤਾਨ जिंदाबाद, पाकिस्तान हमेशा जिंदाबाद, पाकिस्तान हमेशा जिंदाबाद।